ਬਹੁਤ ਸਵਾਲ ਹੋ ਜਾਂਦੇ। ਤੁਸੀਂ ਅੰਦੋਲਨ ਦੇ ਰਾਹੀਂ ਚੈਨਲ ਖੜੇ ਕਰ ਲਏ, ਤੁਸੀਂ ਪੈਸਾ ਬਣਾ ਲਿਆ, ਤੁਸੀਂ ਆਹ ਕਰ ਲਿਆ। ਅਸੀਂ NIA ਝੱਲੀਆਂ, ਅਸੀਂ ED ਝੱਲੀਆਂ, ਅਸੀਂ ਕ੍ਰਾਈਮ ਬ੍ਰਾਂਚਾਂ ਝੱਲੀਆਂ, ਅਸੀਂ SIT ਝੱਲੀਆਂ, ਅਸੀਂ 18 ਘੰਟੇ ਇਨਵੈਸਟੀਗੇਸ਼ਨ ਝੱਲੀ ਹੈ। ਸਾਡੇ ਪਰਿਵਾਰਾਂ ਨੂੰ ਬਿਠਾਇਆ ਗਿਆ ਉੱਥੇ, ਸਾਡੀਆਂ ਭੈਣਾਂ ਨੂੰ, ਸਾਡੀਆਂ ਘਰ ਵਾਲੀਆਂ ਨੂੰ, ਮਾਵਾਂ ਨੂੰ ਉੱਥੇ ਬਿਠਾਇਆ ਗਿਆ। ਅਸੀਂ ਇਹ ਗੱਲਾਂ ਕਦੇ ਆ ਕੇ ਓਪਨਲੀ ਨਹੀਂ, ਅੱਜ ਮੇਰੇ ਖਿਆਲ ਮੈਂ ਪਹਿਲੀ ਵਾਰੀ ਹੋਣਾ ਕਿਸੇ ਚੈਨਲ ਤੇ ਆ ਕੇ ਇਹ ਗੱਲ ਕੀਤੀ ਹੋਣੀ ਹੈ ਕਿ ਅਸੀਂ ਇਹ ਚੀਜ਼ਾਂ ਫੇਸ ਕੀਤੀਆਂ। ਮੰਨ ਲਓ ਜਿਹੜੀਆਂ ਮੋਟਰਾਂ ਲੱਗੀਆਂ ਕਿਸਾਨਾਂ ਦੀਆਂ, ਮੁਫਤ ਹੈ ਬਿਜਲੀ, ਉਹ ਬਿੱਲ ਆਉਣ ਤੋਂ ਬਾਅਦ ਉਹਨਾਂ ਨੇ ਕਹਿਣਾ ਕਿ ਮੋਟਰਾਂ ਦਾ ਜਿਹੜਾ ਬਿੱਲ ਹੈ, ਮੰਨ ਲਓ ਤੁਹਾਡੀ ਮੋਟਰ ਦਾ 1.5 ਲੱਖ ਰੁਪਇਆ ਬਿੱਲ ਬਣ ਗਿਆ, ਤੁਸੀਂ ਵੱਡੇ ਜ਼ਿਮੀਂਦਾਰ ਹੋ, ਛੋਟੇ ਹੋ, ਜਿੰਨਾ ਵੀ ਬਣ ਗਿਆ, ਉਹ ਤੁਹਾਨੂੰ ਇੱਕ ਵਾਰੀ ਪੇ ਕਰਨਾ ਪੈਣਾ ਹੈ। ਫਿਰ ਉਸ ਤੋਂ ਬਾਅਦ ਉਹ ਤੁਹਾਡੇ ਖਾਤੇ 'ਚ ਵਾਪਸ ਆਊਗੀ। ਔਰ ਤੁਹਾਨੂੰ ਪਤਾ ਹੈ ਕਿ ਸਬਸਿਡੀਆਂ ਵਾਪਸ ਆਉਣ ਦੀਆਂ ਕਰਦੀਆਂ ਕਿੰਨਾ ਝੰਜਟ ਹੈ। ਤੁਹਾਨੂੰ ਦੱਸਣੀ ਚਾਹੁੰਦਾ, ਪੰਜਾਬੀ ਟ੍ਰਿਬਿਊਨ ਦਾ ਆਰਟੀਕਲ ਲੋਕ ਗੂਗਲ ਤੇ ਸਰਚ ਕਰਕੇ ਬਿਜਲੀ ਸੋਧ ਬਿੱਲ ਤੇ ਜ਼ਰੂਰ ਪੜ੍ਹਨ। ਹਰ ਪੰਜਾਬੀ ਨੂੰ ਮੈਂ ਇਹ ਚਾਹੁੰਦਾ ਕਿ ਉਹ ਪੜ੍ਹਨ। ਜਿਵੇਂ ਜਦੋਂ ਕਿਸਾਨ ਖੇਤੀ ਤਿੰਨੇ ਬਿੱਲ ਆਏ ਸੀ, ਆਰਡੀਨੈਂਸ ਆਇਆ ਸੀ, ਜਦੋਂ ਬਿੱਲ ਵੀ ਛੱਡੋ, ਆਰਡੀਨੈਂਸ ਜਦੋਂ ਆਏ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਬਾਈ ਜੀ TV ਤੇ ਮੈਂ ਜੱਸੀ ਬੜੈਚ। ਅੱਜ ਸਾਡੇ ਨਾਲ ਪੱਤਰਕਾਰੀ ਦਾ ਥੰਮ ਮੰਨੇ ਜਾਂਦੇ ਬਾਈ ਸਿਮਰਨਜੋਤ ਮੱਕੜ ਜੀ ਮੌਜੂਦ ਨੇ। ਇਹਨਾਂ ਨਾਲ ਗੱਲਬਾਤ ਕਰਾਂਗੇ। ਲਗਾਤਾਰ ਇਹ ਦਿੱਲੀ ਦੇ ਨਾਲ ਜੁੜੇ ਰਹੇ ਨੇ, ਕਿਸਾਨੀ ਧਰਨੇ ਨੂੰ ਇਹਨਾਂ ਨੇ ਬੜੀ ਨੇੜਤਾ ਤੋਂ ਕਵਰੇਜ ਕੀਤਾ ਗਾ। ਇਹਨਾਂ ਨਾਲ ਗੱਲਬਾਤ ਕਰਾਂਗੇ। ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ। ਜੱਸੀ ਜੀ ਬਹੁਤ ਥੈਂਕ ਯੂ, ਧੰਨਵਾਦ ਤੁਹਾਡਾ। ਸਭ ਤੋਂ ਪਹਿਲਾਂ ਸਮਾਂ ਦੇਣ ਲਈ ਬਹੁਤ ਧੰਨਵਾਦ ਜੀ। ਨਹੀਂ ਬਹੁਤ ਸ਼ੁਕਰੀਆ, ਤੁਸੀਂ ਤੁਹਾਡਾ ਚੈਨਲ ਤੇ ਤੁਹਾਨੂੰ ਮੇਰੀਆਂ ਅਰਦਾਸਾਂ ਨੇ ਕਿ ਤੁਸੀਂ ਵਧੋ। ਥੈਂਕ ਯੂ ਬਾਈ। ਬਾਈ ਗੱਲ ਕਰਦੇ ਹਾਂ ਕਿ ਕਿਸਾਨੀ ਧਰਨੇ ਦੀ ਤੁਸੀਂ ਲਗਾਤਾਰ ਜੁੜੇ ਹੋਏ ਹੋ, ਸ਼ੁਰੂ ਤੋਂ ਕਵਰੇਜ ਕੀਤਾ ਗਾ। ਕੀ ਲੱਗਦਾ ਵੀ ਹਲੇ ਕਿੱਥੇ ਜੇ ਖੜਾ ਧਰਨਾ ਆਪਣਾ, ਕਿਉਂਕਿ ਕੋਈ ਹੱਲ ਨਹੀਂ ਹਲੇ ਹੋ ਪਾਇਆ? ਦੇਖੋ, ਤੁਹਾਡੇ ਸਵਾਲ 'ਚ ਹੀ ਖੂਬਸੂਰਤੀ ਹੈ। ਇੱਕ ਤੁਸੀਂ ਕਿਹਾ ਕਿ ਕਿੱਥੇ ਖੜਾ ਧਰਨਾ ਆਪਣਾ। ਜਦੋਂ ਪੰਜਾਬ ਦਾ ਬੱਚਾ ਖਾਸ ਤੌਰ ਤੇ ਕਿਸਾਨੀ ਦੇ ਨਾਲ ਜੁੜਿਆ ਬੱਚਾ ਸਿੱਧੇ ਅਸਿੱਧੇ ਤੌਰ ਤੇ ਸਮਝਦਾ ਵੀ ਇਹ ਮੇਰਾ ਆਪਣਾ ਹੈ, ਤਾਂ ਅੱਗੇ ਕੁਝ ਕਹਿਣ ਦੀ ਲੋੜ ਹੀ ਨਹੀਂ ਰਹਿ ਜਾਂਦੀ ਵੀ ਖੜਾ ਕਿੱਥੇ ਹੈ ਧਰਨਾ ਤਾਂ ਚੜ੍ਹਦੀ ਕਲਾ 'ਚ ਹੀ ਹੈ। ਜਦੋਂ ਜੇ ਪੱਤਰਕਾਰ ਵੀ ਇਹ ਸਵਾਲ ਕਰ ਰਿਹਾ ਵੀ ਧਰਨਾ ਆਪਣਾ ਕਿੱਥੇ ਹੈ। ਦੂਜੀ ਗੱਲ ਹੈ, ਮੈਨੂੰ ਲੱਗਦਾ ਕਿ ਸਰਕਾਰ ਜਿਹੜੀ ਹੈ, ਸਮੇਂ ਹੁੰਦੇ ਹੈ, ਅਸੀਂ ਹਰੇਕ ਸਮਿਆਂ ਦੇ ਦੌਰਾਨ ਮੁਸੀਬਤਾਂ ਆਉਂਦੀਆਂ। ਇੰਦਰਾ ਗਾਂਧੀ ਵੇਲੇ ਆਪਣੀਆਂ ਮੁਸੀਬਤਾਂ ਰਹੀਆਂ, ਆਵਾਮ ਨੇ ਝੱਲੀਆਂ। ਉਹ ਜਵਾਹਰ ਲਾਲ ਨਹਿਰੂ ਵੇਲੇ ਵੀ ਮੁਸੀਬਤਾਂ ਰਹੀਆਂ। ਉਵੇਂ ਹੀ ਹੁਣ ਦੀ ਜਿਹੜੀ ਸੱਤਾ ਧਿਰ ਹੈ, ਉਹ ਆਪਣੀ ਆਈਡੀਓਲੋਜੀ ਦੇ ਨਾਲ ਰਾਜ ਕਰ ਰਹੀ ਹੈ ਔਰ ਅਸੀਂ ਉਸ ਦੇ ਖਿਲਾਫ ਲੜਾਈ ਲੜ ਰਹੇ ਹਾਂ। ਚਾਹੇ ਉਹ ਪੱਤਰਕਾਰ ਹੋਣ, ਚਾਹੇ ਆਮ ਲੋਕ ਹੋਣ, ਐਕਟਿਵਿਸਟ ਹੋਣ, ਉਹ ਸਾਰੇ ਲੜਾਈ ਲੜ ਰਹੇ ਹੈ। ਕਈ ਬਹੁਤ ਸਟਬਨ ਹੁੰਦੇ ਆ, ਕਈ ਝੁਕ ਜਾਂਦੇ ਆ। ਇਹ ਮੰਨਣਾ ਪਊਗਾ ਕਿ ਮੋਦੀ ਸਰਕਾਰ ਜਿਹੜੀ ਹੈ, ਉਹ ਆਪਦੀ ਆਈਡੀਓਲੋਜੀ ਨੂੰ, ਔਰ ਉਹਨਾਂ 'ਤੇ ਦੋਸ਼ ਲੱਗਦਾ ਹੈ ਫਾਸਿਜ਼ਮ ਨੂੰ ਪ੍ਰਮੋਟ ਕਰਨ ਦਾ, ਉਹ ਬਹੁਤ ਸਟਬਨ ਨੇ, ਬਹੁਤ ਜਿੱਦੀ ਨੇ ਆਪਦੀ ਉਸ ਸੋਚ ਨੂੰ ਲੋਕਾਂ 'ਤੇ ਥੋਪਣ ਕਰਕੇ। ਤਾਂ ਦੂਜੇ ਪਾਸੇ ਜਿਨ੍ਹਾਂ ਨਾਲ ਆਡਾ ਲੱਗਿਆ, ਜਿਨ੍ਹਾਂ ਨਾਲ ਜਿਹੜੇ ਅੱਗੋਂ ਜਾ ਕੇ ਜਿਹੜੇ ਟੱਕਰੇ ਆ ਦਿੱਲੀ 'ਚ ਜਾ ਕੇ, ਉਹ ਜਮਾਤ ਹੈ ਜਿਹਦੇ ਅੱਗੇ ਕਿਹਾ ਜਾਂਦਾ ਹੈ ਕਿ ਪਰਮਾਤਮਾ ਵੀ ਸਜਦਾ ਕਰ ਦਿੰਦਾ ਹੈ, ਕਿ ਇਹ ਅੰਨ ਉਗਾਉਣ ਵਾਲਾ, ਖੇਤਾਂ ਦਾ ਰਾਜਾ ਕਹਿੰਦੇ ਆਪਾਂ, ਕਿ ਇਹ ਖੇਤਾਂ ਦਾ ਰਾਜਾ ਹੈ, ਕਿ ਪਰਮਾਤਮਾ ਵੀ, ਕੁਦਰਤ ਵੀ ਜਿਹੜੀ ਹੈ, ਉਹ ਵੀ ਉਹਦੇ ਅੱਗੇ ਸਜਦਾ ਕਰਦੀ। ਤਾਂ ਹੀ ਤਾਂ ਕੁਦਰਤ ਧਰਤੀ ਦੀ ਹਿੱਕ 'ਚੋਂ ਜਦੋਂ ਮਿਹਨਤ ਕਰਦਾ ਹੈ ਹਲਾਂ ਦੇ ਨਾਲ, ਜਾਂ ਅੱਜ ਟਰੈਕਟਰਾਂ ਦੇ ਨਾਲ ਵਾਹੀਆਂ ਕਰਦਾ ਹੈ, ਜੇਠ ਹਾੜ ਦੀਆਂ ਧੁੱਪਾਂ ਸਹਿੰਦਾ ਹੈ, ਤਾਂ ਉਹਨੂੰ ਉਹ ਰਿਵਾਰਡ ਦਿੰਦੀ ਹੈ ਕੁਦਰਤ, ਹੈ ਨਾ। ਤਾਂ ਉਹ ਸਜਦਾ ਕਰਨਾ ਹੋ ਜਾਂਦਾ ਹੈ। ਤਾਂ ਜਿਹੜਾ ਉਹ ਜਿਹਦਾ ਚੰਮ ਇਹੋ ਜਿਹਾ ਸਟਰੋਂਗ ਹੈ ਨਾ, ਜਿਹਨੇ ਉਸ ਕੁਦਰਤ ਤੋਂ ਲੈਣ ਵਾਸਤੇ, ਉਹਦਾ ਪ੍ਰਸ਼ਾਦ ਲੈਣ ਖਾਤਰ ਆਪਦਾ ਸਭ ਕੁਝ ਵਾਰਿਆ ਹੈ। ਦੂਜੀ ਗੱਲ ਹੈ ਕਿ ਜਿਸ ਕੌਮ ਦੇ ਨਾਲ, ਮੈਂ ਅਕਸਰ ਇਹ ਗੱਲ ਕਰਦਾ ਹੁੰਦਾ ਕਿ ਪਹਿਲੀ ਤਾਂ ਕਿਸਾਨ ਸਾਰਾ ਦੇਸ਼ ਦਾ, ਮਜ਼ਹਬਾਂ ਤੋਂ ਉੱਤੇ ਉੱਠ ਕੇ। ਦੂਜਾ, ਜਦੋਂ ਮਜ਼ਹਬਾਂ ਦੀ ਵੀ ਗੱਲ ਆਉਂਦੀ ਹੈ ਤਾਂ ਸਾਡੀ ਕੌਮ ਜੋ ਸੁਨੇਹਾ ਦੇ ਕੇ ਗਈ ਹੈ, ਜੋ ਅੜਨ ਤੇ ਲੜਨ ਦਾ, ਜੋ ਜੁਰਮ ਦੇ ਤੇ ਜ਼ੁਲਮ ਦੇ ਖਿਲਾਫ ਲੜਨ ਦਾ, ਤਾਂ ਉਹ ਦੋਨੋਂ ਚੀਜ਼ਾਂ ਇਸ ਅੰਦੋਲਨ 'ਚ ਮਿਕਸ ਹੋ ਜਾਂਦੀਆਂ। ਕਿ ਉਸ ਕਿਸਾਨ ਦਾ ਜਿਹੜਾ, ਚਾਹੇ ਉਹ ਮਹਾਰਾਸ਼ਟਰ 'ਚ ਹੈ, ਚਾਹੇ ਗੋਆ 'ਚ ਹੈ, ਚਾਹੇ ਪੰਜਾਬ 'ਚ ਹੈ, ਜਿਹਦਾ ਚੰਮ ਬੜਾ ਸਟਰੋਂਗ ਹੈ ਕਿਸੇ ਵੀ ਤਾਕਤ ਨਾਲ ਲੜਨ ਦਾ। ਦੂਜਾ ਜਿਹੜਾ ਨਾਲ ਉਹਦੇ ਜਿਹੜੀ ਇੱਕ ਅੱਗੇ ਵੱਡਾ ਭਰਾ ਬਣ ਕੇ ਖੜਾ ਹੈ ਪੰਜਾਬ, ਔਰ ਪੰਜਾਬ 'ਚ ਬਹੁਤਾਤ ਜਿਹੜੀ, ਪੰਜਾਬ ਵੱਡਾ ਭਰਾ ਬਣ ਕੇ ਖੜਾ। ਹਰਿਆਣੇ ਨਾਲ ਅਕਸਰ ਹਰਿਆਣਾ ਕਹਿੰਦਾ ਕਿ ਪੰਜਾਬ ਮੇਰਾ ਵੱਡਾ ਭਰਾ ਬਣ ਕੇ ਖੜਾ ਹੈ। ਅਤੇ ਬਹੁਤਾਤ ਦੇ ਵਿੱਚ ਜਿਹੜੀ ਜ਼ਿਆਦਾਤਰ ਜਿਹੜਾ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਕਿਸਾਨ ਉੱਥੇ ਬੈਠੇ ਨੇ, ਉਹ ਸੇਧ ਲੈ ਕੇ, ਔਰ ਬਾਕੀ ਵੀ ਕੌਮਾਂ ਸੇਧ ਲੈਂਦੀਆਂ ਹੈ ਕਿ ਚਾਹੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਤੋਂ ਲੈ ਕੇ ਸਾਡਾ ਤਾਂ ਇਤਿਹਾਸ ਭਰਿਆ ਪਿਆ। ਤਾਂ ਉਹ ਜਿਹੜਾ ਥਾਟ ਹੈ, ਸਾਨੂੰ ਇਸ ਗੱਲ ਨੂੰ ਸਮਝਣਾ ਪਊਗਾ। ਦੋ ਬੰਦੇ ਜਦੋਂ ਆਪਸ 'ਚ ਗੱਲ ਕਰਦੇ ਹੈ ਤਾਂ ਉਹ ਹਰੇਕ ਉਹਦਾ ਵਿਚਾਰ ਉਹ ਮੈਚ ਭਾਵੇਂ ਨਾ ਕਰਦਾ ਹੋਵੇ, ਜਿਹੜਾ ਘੱਟ ਸਟਰੋਂਗ ਆਈਡੀਓਲੋਜੀ ਦਾ ਹੁੰਦਾ ਉਹ ਡੋਲ ਜਾਂਦਾ ਹੈ, ਉਹ ਛੇਤੀ ਸਰੈਂਡਰ ਕਰ ਦਿੰਦਾ। ਚਾਹੇ ਪੰਜਾ ਲਾ ਲਈਏ, ਜੇ ਮੈਂ ਕਮਜ਼ੋਰ ਹਾਂ, ਮੈਂ ਹਾਰ ਜਾਊਂ, ਤੁਸੀਂ ਜਿੱਤ ਜਾਓਗੇ, ਉਹੀ ਗੱਲ ਹੈ। ਤਾਂ ਸਿਮਿਲਰਲੀ ਹੁਣ ਇੱਕ ਪਾਸੇ ਫਾਸੀਵਾਦ 'ਤੇ ਜਿਹੜੇ ਦੋਸ਼ ਲੱਗਦੇ ਆ, ਸਰਕਾਰ ਆਪਦੀ ਉਸ ਆਈਡੀਓਲੋਜੀ ਨੂੰ ਬਹੁਤ ਸਟਰੋਂਗਲੀ ਲੈ ਕੇ ਬੈਠੀ ਹੈ। ਦੂਜੇ ਪਾਸੇ ਕਿਸਾਨ ਆਪਦੀ ਇਸ ਆਈਡੀਓਲੋਜੀ ਨੂੰ ਕਿ
ਅਸੀਂ ਲੜਾਂਗੇ ਔਰ ਅਸੀਂ ਮਰਾਂਗੇ। ਮਜ਼ਦੂਰ ਜਮਾਤ ਜਿਹੜੀ ਹੈ ਤੁਸੀਂ ਦੇਖੋ, ਉਹ ਮਜ਼ਦੂਰ ਜਮਾਤ ਜਿਹੜੀ ਸਦੀਆਂ ਤੋਂ ਲੜਦੀ ਆ ਰਹੀ ਸੀ, ਉਹਨਾਂ ਕੋਲੇ ਤਾਂ ਲੜਨ ਦੀ ਜਾਚ ਹੈ। ਤਾਂ ਉਹ ਜਿਵੇਂ ਸੰਤਰਾ ਮਦਾਸੀ ਨੇ ਕਿਹਾ ਸੀ, ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿੜੇ, ਉਹ ਜੇ ਉਹਦਾ ਐਗਜ਼ਾਮਪਲ ਅੱਜ ਦੇਖਣਾ ਤਾਂ ਤੁਸੀਂ ਦਿੱਲੀ ਦੀਆਂ ਬਰੂਹਾਂ ਤੇ ਸੱਤੇ ਬਾਰਡਰਾਂ ਤੇ ਜਾ ਕੇ ਦੇਖੋ। ਸਿੰਘੂ, ਟਿੱਕਰੀ, ਗਾਜ਼ੀਪੁਰ, ਪਲਵਲ ਤੋਂ ਲੈ ਕੇ ਸਾਰੇ ਸੱਤੇ ਬਾਰਡਰਾਂ ਦੇ ਉੱਤੇ ਉਹ ਐਗਜ਼ਾਮਪਲ ਮਿਲ ਰਹੀ ਹੈ। ਮੈਨੂੰ ਲੱਗਦਾ ਹੈ ਕਿ ਚਾਹੇ ਜਿੰਨੀ ਵੀ ਸਰਕਾਰ ਸਟਰੋਂਗਲੀ ਇਹ ਕਰ ਰਹੀ ਹੋਵੇ, ਝੁਕੂਗੀ ਜ਼ਰੂਰ। ਬਿਲਕੁਲ ਬਾਈ ਜੀ, ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ। ਲੜਾਈ ਹੁਣ ਕਿਤੇ ਸਰਕਾਰਾਂ ਨਾਲ ਸੀ ਆਪਣੀ, ਹੁਣ ਲੜਾਈ ਆਪਣੇ ਨਾਲ ਵੀ ਹੋਣ ਲੱਗੀ। ਰੁਲਦੂ ਸਿੰਘ ਮਾਨਸਾ ਜੀ ਨੂੰ ਵੀ 15 ਦਿਨ ਲਈ ਸਸਪੈਂਡ ਕੀਤਾ ਗਿਆ। ਉਹਨਾਂ ਨੇ ਕੁਝ ਸ਼ਬਦ ਇੱਦਾਂ ਦੇ ਕਹੇ ਨੇ, ਹਾਲਾਂਕਿ ਕੋਈ ਇਹ 'ਚ ਸਮਝ ਨਹੀਂ ਹੋ ਸਕਦਾ, ਉਹਨਾਂ ਦਾ ਮਕਸਦ ਕੋਈ ਹੋਰ ਹੋ ਸਕਦਾ, ਪਰ ਇਹ ਤਰੀਕੇ ਨੂੰ ਉਸਾਲਿਆ ਹੋਰ ਤਰੀਕੇ ਦੇ ਨਾਲ ਗਿਆ ਗਿਆ। ਇਹ ਦੇਖੋ, ਇਹ ਜਦੋਂ ਐਡੇ ਵੱਡੇ ਪੜਾਅ ਆਉਂਦੇ ਆ ਨਾ, ਐਡੇ ਵੱਡੇ ਅੰਦੋਲਨ, 8 ਮਹੀਨੇ ਦਾ ਅੰਦੋਲਨ ਹੈ। ਮੈਂ ਚੈਲੰਜ ਕਰਦਾ ਕਿਸੇ ਵੀ ਬੰਦੇ ਨੂੰ ਜਿਹੜਾ ਅੱਜ ਅੰਦੋਲਨ ਤੇ ਸਵਾਲ ਕਰੇ ਕਿ ਤੂੰ 10 ਦਿਨ ਬਹਿ ਕੇ ਆਪਦੇ ਘਰ ਦੇ ਬਾਹਰ ਦਿਖਾ ਦੇ, ਕਿਤੇ ਹੋਰ ਨਹੀਂ, ਆਪਦੇ ਘਰ ਦੇ ਬਾਹਰ ਦਰੀ ਵਿਛਾ ਲੈ, ਰੋਟੀ ਪਾਣੀ ਵੀ ਅੰਦਰੋਂ ਲੈ ਲੈ, ਆਪਦੀ ਘਰ ਦੀ ਨੂੰ ਕਹੀਂ ਵੀ ਰੋਟੀ ਪਾਣੀ ਤਿੰਨੇ ਟਾਈਮ ਮੈਨੂੰ ਪਕਾ ਕੇ ਦੇ ਦੇ, ਮੈਂ ਬਾਹਰ ਬੈਠਾ। ਚੀਕ ਨਿਕਲ ਜਾਣੀ ਹੈ ਭਾਈ ਸਾਹਿਬ, ਨਹੀਂ ਬੈਠਿਆ ਜਾਂਦਾ। ਇਸ ਕਰਕੇ ਐਡੇ ਵੱਡੇ ਅੰਦੋਲਨਾਂ ਦੇ ਵਿੱਚ ਜਦੋਂ 8-9 ਮਹੀਨਿਆਂ ਦਾ ਅੰਦੋਲਨ ਹੋ ਗਿਆ ਤਾਂ ਸੁਭਾਵਕ ਜੀ ਗੱਲ ਹੈ, ਉਹਦੇ ਕੁਝ ਗਲਤੀਆਂ ਹੁੰਦੀਆਂ, ਕੁਝ ਕਮੀਆਂ ਹੁੰਦੀਆਂ। ਜੋ ਮਾਨਸਾ ਸਾਹਿਬ ਨੇ ਕਿਹਾ ਉਹਨੂੰ ਕਿਸੇ ਨੇ ਪਸੰਦ ਤਾਂ ਨਹੀਂ ਕੀਤਾ, ਪਰ ਮੈਨੂੰ ਇਹ ਲੱਗਦਾ ਹੈ ਕਿ ਇਸ ਤੋਂ ਪਹਿਲਾਂ ਵੀ ਅੰਦੋਲਨ 'ਚ ਬਹੁਤ ਵੱਡੀਆਂ ਗੱਲਾਂ ਹੋ ਗਈਆਂ। ਅਸੀਂ ਅੰਦੋਲਨ ਨੂੰ ਜੋੜਨਾ, ਅਸੀਂ ਤੋੜਨਾ ਨਹੀਂ, ਅਸੀਂ ਪਾੜਨਾ ਨਹੀਂ। ਮੈਂ ਪੱਤਰਕਾਰਾਂ ਨੂੰ ਵੀ ਅਕਸਰ ਇਹ ਅਪੀਲ ਕਰਦਾ ਰਹਿਣਾ ਕਿ ਵੀਰੋ, ਤੁਸੀਂ ਵੀ ਉਸ ਪੱਧਰ ਤੱਕ ਸਵਾਲ ਕਰਿਆ ਕਰੋ, ਸਵਾਲ ਵੀ ਜ਼ਰੂਰ ਕਰੋ। ਜੇ ਮਾਨਸਾ ਸਾਹਿਬ ਨੇ ਕੁਝ ਗਲਤ ਕਿਹਾ ਤਾਂ ਇਹ ਨਹੀਂ ਹੈ ਕਿ ਸੰਤ ਜਰਨੈਲ ਸਿੰਘ ਬਾਰੇ ਕੁਝ ਕਹਿ ਗਏ ਤਾਂ ਸਵਾਲ ਨਾ ਕਰੋ, ਸਵਾਲ ਵੀ ਕਰ ਲਓ। ਪਰ ਅਸੀਂ ਅੰਦੋਲਨ ਨੂੰ ਤੋੜਨਾ ਨਹੀਂ, ਅਸੀਂ ਇਹਨੂੰ ਕਾਮਰੇਡ ਵਰਸਸ ਸਿੱਖ ਨਹੀਂ ਬਣਾਉਣਾ, ਅਸੀਂ ਇਹਨੂੰ ਪੰਜਾਬ ਵਰਸਸ ਹਰਿਆਣਾ ਨਹੀਂ ਬਣਾਉਣਾ, ਅਸੀਂ ਇਹਨੂੰ ਨਾਰਥ ਇੰਡੀਆ ਵਰਸਸ ਕੁਝ ਹੋਰ ਨਹੀਂ ਬਣਾਉਣਾ। ਇਹ ਅੰਦੋਲਨ ਪਹਿਲੇ ਦਿਨ ਘਰੋਂ ਜਦੋਂ ਤੁਰੇ ਸੀ, ਜਿਸ ਦਿਨ 26 ਨਵੰਬਰ ਨੂੰ ਆਪਾਂ, ਔਰ ਉਦੋਂ ਪਹਿਲਾਂ ਪੰਜਾਬ ਦੇ ਵਿੱਚ ਇੰਨਾ ਵੱਡਾ ਅੰਦੋਲਨ ਕਰਦੇ ਰਹੇ ਹਾਂ, ਉਦੋਂ ਅਸੀਂ ਕਿਸੇ ਨੂੰ ਨਹੀਂ ਪੁੱਛਿਆ ਵੀ ਤੂੰ ਸਿੱਖ ਹੈ, ਹਿੰਦੂ ਹੈ, ਕਾਮਰੇਡ ਹੈ ਕਿ ਕੌਣ ਹੈ ਤੂੰ। ਅਸੀਂ ਸਿਰਫ ਉਹਨੂੰ ਜਾ ਕੇ ਪੁੱਛਦੇ ਸੀ, ਤੂੰ ਕਿਸਾਨ ਹੈ, ਆ ਜਾ ਸਾਡੇ ਨਾਲ ਗੱਲ ਕਰ। ਫਿਰ ਅੱਜ ਸਾਡੀ ਸੋਚ ਕਿਉਂ ਬਦਲ ਰਹੀ ਹੈ? ਅੱਜ ਅਸੀਂ ਵੀ ਤਾਂ ਕਸੂਰਵਾਰ ਆ ਨਾ ਇਹਦੇ ਵਿੱਚ। ਫਿਰ ਤਾਂ ਅਸੀਂ ਵੀ ਜਾ ਕੇ ਇਹੀ ਗੱਲ ਕਰੀਏ ਕਿ ਸਾਹਮਣੇ ਦਿਸਣ ਵਾਲਾ ਬੰਦਾ ਸਿਰਫ ਕਿਸਾਨ ਹੈ ਨਾ, ਉਹ ਹਾਂ, ਜੇ ਕੋਈ ਸ਼ਾਨ ਦੀ ਖਿਲਾਫ ਕੁਝ ਬੋਲੂਗਾ ਤਾਂ ਉਹਨੂੰ ਉਸ ਗੱਲ ਦੀ ਜ਼ਿੰਮੇਵਾਰੀ ਲੈਣੀ ਪਊਗੀ। ਅੰਦੋਲਨ ਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ। ਜੇ ਇੰਡੀਵਿਜੂਅਲੀ ਕੁਝ ਗਲਤ ਕਰਦਾ, ਉਹ ਇੰਡੀਵਿਜੂਅਲੀ ਉਹ ਅਕਾਊਂਟੇਬਲ ਹੋਵੇ। ਜਾਂ ਰਾਜੇਵਾਲ ਸਾਹਿਬ ਤੋਂ ਬਿਆਨ ਦਿੱਤਾ ਗਿਆ ਸੀ ਉਦੋਂ ਕਿ ਨਿਸ਼ਾਨ ਸਾਹਿਬ ਵਾਲਾ, ਨਿਹੰਗ ਸਿੰਘਾਂ ਵਾਲਾ, ਉਸ ਤੋਂ ਬਾਅਦ ਉਹਨਾਂ ਨੇ ਆ ਕੇ ਉਹ ਰਿਗਰੈਟ ਕੀਤਾ, ਉਹ ਗੱਲ ਕੀਤੀ। ਬਹੁਤ ਕੁਝ ਹੁੰਦਾ ਰਿਹਾ। ਤਾਂ ਕਈ ਵਾਰੀ ਇਮੋਸ਼ਨਸ ਵੀ ਹੁੰਦੇ, ਜਿਹੜੇ ਲੜਾਈ ਲੜ ਰਹੇ ਹੈ ਉਹਨਾਂ ਦੇ ਇਮੋਸ਼ਨਸ ਵੀ ਸਮਝਣੇ ਪੈਣਗੇ। ਘਰਾਂ 'ਚ ਬਹਿ ਕੇ ਬਹੁਤ ਸਾਰੇ, ਜ਼ਿਆਦਾਤਰ ਫੇਸਬੁੱਕੀ ਜਿਹੜੇ ਹੈ ਉਹ ਘਰਾਂ 'ਚ ਬੈਠੇ, ਦੁਕਾਨਾਂ ਤੇ ਬੈਠੇ ਜਾਂ ਇੱਧਰ ਉੱਧਰ ਬੈਠੇ ਕੁਝ ਵੀ ਲਿਖ ਦਿੰਦੇ। ਸਾਡੇ ਤੇ ਵੀ ਲਿਖਦੇ, ਪੱਤਰਕਾਰਾਂ ਤੇ ਵੀ ਲਿਖਦੇ ਆ। ਬਹੁਤ ਸਵਾਲ ਹੋ ਜਾਂਦੇ, ਤੁਸੀਂ ਅੰਦੋਲਨ ਦੇ ਰਾਹੀਂ ਚੈਨਲ ਖੜੇ ਕਰ ਲਏ, ਤੁਸੀਂ ਪੈਸਾ ਬਣਾ ਲਿਆ, ਤੁਸੀਂ ਆਹ ਕਰ ਲਿਆ। ਅਸੀਂ NIA ਝੱਲੀਆਂ, ਅਸੀਂ ED ਝੱਲੀਆਂ, ਅਸੀਂ ਕ੍ਰਾਈਮ ਬ੍ਰਾਂਚਾਂ ਝੱਲੀਆਂ, ਅਸੀਂ SIT ਝੱਲੀਆਂ, ਅਸੀਂ 18 ਘੰਟੇ ਇਨਵੈਸਟੀਗੇਸ਼ਨ ਝੱਲੀ ਹੈ। ਸਾਡੇ ਪਰਿਵਾਰਾਂ ਨੂੰ ਬਿਠਾਇਆ ਗਿਆ ਉੱਥੇ, ਸਾਡੀਆਂ ਭੈਣਾਂ ਨੂੰ, ਸਾਡੀਆਂ ਘਰ ਵਾਲੀਆਂ ਨੂੰ, ਮਾਵਾਂ ਨੂੰ ਉੱਥੇ ਬਿਠਾਇਆ ਗਿਆ। ਅਸੀਂ ਇਹ ਗੱਲਾਂ ਕਦੇ ਆ ਕੇ ਓਪਨਲੀ ਨਹੀਂ, ਅੱਜ ਮੇਰੇ ਖਿਆਲ ਮੈਂ ਪਹਿਲੀ ਵਾਰੀ ਹੋਣਾ ਕਿਸੇ ਚੈਨਲ ਤੇ ਆ ਕੇ ਇਹ ਗੱਲ ਕੀਤੀ ਹੋਣੀ ਹੈ ਕਿ ਅਸੀਂ ਇਹ ਚੀਜ਼ਾਂ ਫੇਸ ਕੀਤੀਆਂ। ਔਰ ਤੁਸੀਂ ਅੱਧੇ ਮਿੰਟ 'ਚ ਕਰੈਕਟਰ ਅਸੈਸੀਨੇਸ਼ਨ ਕਰ ਦਿੰਦੇ ਹੋ ਕਿ ਤੁਸੀਂ ਆਹ ਬਣਾ ਲਿਆ, ਉਹ ਬਣਾ ਲਿਆ, ਉਹ ਬਣਾ ਲਿਆ। ਅਸੀਂ ਦਿਨ ਪਲ ਅਸੀਂ ਮਰ ਰਹੇ ਹਾਂ ਚੀਜ਼ਾਂ ਨੂੰ ਲੈ ਕੇ, ਸਿਰਫ ਇੱਕੋ ਥਾਟ ਦੇ ਵਿੱਚ ਵੀ ਇਹ ਅੰਦੋਲਨ ਜਿੱਤ ਕੇ ਵਾਪਸ ਆਉਣ। ਸਾਰਾ ਆਪਾਂ ਵਾਰਿਆ ਇਸ ਪਿੱਛੇ, ਔਰ ਸਾਡੇ ਦਸਮ ਪਿਤਾ ਨੇ ਸਾਨੂੰ ਇਹ ਗੁੜਤੀ ਦਿੱਤੀ ਹੈ। ਕੋਈ ਆਸਾਨ ਨਹੀਂ ਕਰ ਰਹੇ ਕਿਸੇ ਤੇ। ਇਸ ਕਰਕੇ ਮੈਨੂੰ ਲੱਗਦਾ ਕਿ ਪੂਰੇ ਐਜੀਟੇਸ਼ਨ ਦੇ ਵਿੱਚ ਜਾਣ ਬਹੁਤ ਬਣੀ ਹੈ। ਔਰ ਖਾਸ ਤੌਰ ਤੇ ਹੁਣ ਰੀਸੈਂਟਲੀ ਪਿਛਲੇ 2-3 ਦਿਨਾਂ ਤੋਂ ਤੁਸੀਂ ਦੇਖੋ, ਮੈਂ ਆ ਪਾਰਲੀਮੈਂਟ ਜਦੋਂ ਸ਼ੁਰੂ ਹੋਈ ਹੈ, ਜਦੋਂ ਕਿਸਾਨ ਸੰਸਦ, ਉਸ ਦਿਨ ਉੱਥੇ ਸੀਗਾ, ਔਰ ਮੈਂ ਇਹ ਗੱਲ ਕਹੀ ਸੀ ਉੱਥੇ ਕਿ ਵਾਪਸੀ ਉਨੇ ਪੱਧਰ ਦਾ ਮੀਡੀਆ, ਉਸ ਪੱਧਰ ਦਾ ਉਤਸ਼ਾਹ ਬਹੁਤ ਚਿਰ ਬਾਅਦ ਦੇਖਿਆ। ਬਿਲਕੁਲ ਬਾਈ ਜੀ, ਤੁਸੀਂ ਨਾ ਤੁਹਾਡੀ ਵੱਡੀ ਦੇਣ ਆ ਗਈ, ਕਿਉਂਕਿ ਅਸੀਂ ਘਰਾਂ ਦੇ ਵਿੱਚ ਤੁਹਾਡੇ ਜਰੀਏ ਦੇਖਿਆ। ਤੁਸੀਂ ਜਾਣ ਪਾਉਂਦੇ ਸੀ, ਜਦੋਂ ਬੋਲਦੇ ਸੀ, ਕਿਸਾਨਾਂ ਬਾਰੇ ਬੋਲਦੇ ਸੀ, ਤਾਂ ਇੱਕ ਜਾਣ ਹੁੰਦੀ ਸੀ ਵੀ ਨਹੀਂ ਚਲੋ ਚੱਲੀਏ। ਤੁਸੀਂ ਹੁਣ ਜ਼ਿਕਰ ਕੀਤਾ ਕਿ ਕਾਫੀ ਸਮੇਂ ਬਾਅਦ ਹੁਣ ਉੱਥੇ ਮੀਡੀਆ ਪਹੁੰਚਿਆਗਾ। ਸੋ ਸਰਕਾਰ ਨੇ ਪਹਿਲਾਂ ਮੰਗਾਂ ਮੰਨੀਆਂ ਸੀ ਵੀ ਹਾਂ ਅਸੀਂ ਬਿਜਲੀ ਸਮਝੌਤੇ ਤੁਹਾਡੇ ਨਾਲ ਇੱਦਾਂ ਕਰ ਲਾਂਗੇ, ਪਰ ਹੁਣ ਉਹੀ ਬਿਲਾਂ ਦੇ ਵਿੱਚ ਦੁਬਾਰਾ ਫਿਰ ਆਉਂਦੇ ਨਜ਼ਰ ਆਉਂਦੇ ਨੇ ਸਾਨੂੰ। ਨਹੀਂ, ਉਹ ਤਾਂ ਅੱਜ ਭਗਵੰਤ ਮਾਨ ਨਾਲ ਗੱਲਬਾਤ ਕਰ ਰਹੇ ਸੀਗੇ, ਬਿਜਲੀ ਸੋਧ ਬਿੱਲ, ਬਿਜਲੀ ਪ੍ਰਾਈਵੇਟ ਹੋ ਜੂਗੀ। ਬਿਲਕੁਲ, ਜਿਹੜੀ ਸਬਸਿਡੀ ਹੈ, ਜਿਵੇਂ ਸਿਲੰਡਰ ਵਾਲਾ ਹੋਇਆ, ਇਹ ਬਿਜਲੀ ਸੋਧ ਬਿੱਲ 'ਚ ਇੱਕ ਚੀਜ਼ ਇੰਪੋਰਟੈਂਟ ਤੁਹਾਨੂੰ ਦੱਸਣੀ ਚਾਹੁੰਦਾ। ਪੰਜਾਬੀ ਟ੍ਰਿਬਿਊਨ ਦਾ ਆਰਟੀਕਲ ਲੋਕ ਗੂਗਲ ਤੇ ਸਰਚ ਕਰਕੇ ਬਿਜਲੀ ਸੋਧ ਬਿੱਲ ਤੇ ਜ਼ਰੂਰ ਪੜ੍ਹਨ। ਹਰ ਪੰਜਾਬੀ ਨੂੰ ਮੈਂ ਇਹ ਚਾਹੁੰਦਾ ਕਿ ਉਹ ਪੜ੍ਹਨ। ਜਿਵੇਂ ਜਦੋਂ ਕਿਸਾਨ ਖੇਤੀ ਤਿੰਨੇ ਬਿੱਲ ਆਏ ਸੀ, ਆਰਡੀਨੈਂਸ ਆਇਆ ਸੀ, ਜਦੋਂ ਬਿੱਲ
ਵੀ ਛੱਡੋ ਆਰਡੀਨੈਂਸ ਜਦੋਂ ਆਏ ਸੀ ਚਰਚਾ ਹੋਈ ਸੀ ਉਦੋਂ ਹਮੀਰ ਸਿੰਘ ਦੇ 2 ਆਰਟੀਕਲ ਪੰਜਾਬੀ ਟ੍ਰਿਬਿਊਨ 'ਚ ਆਏ ਸੀ। ਮੈਂ ਇੱਕ ਬਹੁਤ ਬੇਨਤੀ ਕਰਨਾ ਚਾਹੁੰਦਾ ਖਾਸ ਤੌਰ ਤੇ ਤੁਸੀਂ ਮੀਡੀਆ ਨਾਲ ਜਿਹੜੇ ਜੁੜੇ ਹੋ ਵੀਰੋ, ਪੜ੍ਹਿਆ ਕਰੋ, ਜ਼ਰੂਰ ਪੜ੍ਹਿਆ ਕਰੋ। ਜ਼ਿਆਦਾਤਰ ਮੀਡੀਆ ਵਾਲੇ ਵੀਰੋ ਅਖਬਾਰ ਜ਼ਰੂਰ ਪੜ੍ਹਿਆ ਕਰੋ। ਹਮੀਰ ਸਿੰਘ ਦੇ ਉਹ 2 ਆਰਟੀਕਲ ਦੀ ਉਹ ਸ਼ੁਰੂਆਤ ਉੱਥੋਂ ਹੁੰਦੀ ਹੈ। ਜੂਨ ਦੇ ਵਿੱਚ ਸ਼ਾਇਦ ਉਹ ਆਰਟੀਕਲ ਆਉਂਦੇ ਹੈ, ਅਗਸਤ ਦੇ ਵਿੱਚ ਆਰਡੀਨੈਂਸ ਲੈ ਕੇ ਆਉਂਦੀ ਸਰਕਾਰ, ਹੈ ਨਾ। ਤਾਂ ਉਹ ਅੱਖਾਂ ਖੋਲ੍ਹਣ ਵਾਲੇ ਆਰਟੀਕਲ ਸੀਗੇ ਵੀ ਇਹ ਹੈ ਕੀ ਕਾਨੂੰਨ। ਹੁਣ ਪੰਜਾਬੀ ਟ੍ਰਿਬਿਊਨ ਦਾ ਗੂਗਲ ਤੇ ਸਰਚ ਕਰਕੇ ਖੇਤੀ ਸੁਧਾਰ ਬਿੱਲ ਤੁਸੀਂ ਜਦੋਂ ਪੜ੍ਹੋਗੇ ਉਹ ਤੁਹਾਡੀਆਂ ਅੱਖਾਂ, BBC ਦੀ ਰਿਪੋਰਟ ਪਈ ਹੈ, BBC ਵਾਲੀ ਵੀ ਤੁਸੀਂ ਪੜ੍ਹ ਸਕਦੇ ਹੋ, ਉਹ ਤੁਹਾਡੀਆਂ ਅੱਖਾਂ ਖੋਲ੍ਹਦੀ ਹੈ। ਸਬਸਿਡੀ ਜਿਵੇਂ ਪਹਿਲਾਂ ਸਿਲੰਡਰ ਤੇ ਕੀ ਹੁੰਦਾ ਸੀ, ਸਬਸਿਡੀ ਆਪਾਂ ਪੈਸੇ ਮੰਨ ਲਓ ਜੇ 800 ਦਾ ਸਿਲੰਡਰ ਸੀ, 400 ਸਬਸਿਡੀ ਸੀ, ਆਪਾਂ 400 ਦਿੰਦੇ ਸੀ, ਬਾਕੀ ਸਰਕਾਰ ਆਪੇ ਐਡਜਸਟ ਕਰਦੀ ਸੀ। ਹੁਣ ਕੀ ਕੀਤਾ ਸਰਕਾਰ ਨੇ, ਤਾਂ ਉਹ ਕਹਿੰਦੀ ਹੈ ਕਿ ਤੁਹਾਡੇ ਖਾਤੇ 'ਚ ਸਬਸਿਡੀ ਆ ਜਾ ਕਰੂਗੀ। ਬਿਜਲੀ 'ਚ ਵੀ ਐਵੇਂ ਹੀ ਕਰਨਾ ਹੈ। ਮੰਨ ਲਓ ਜਿਹੜੀਆਂ ਮੋਟਰਾਂ ਲੱਗੀਆਂ ਕਿਸਾਨਾਂ ਦੀਆਂ, ਮੁਫਤ ਹੈ ਬਿਜਲੀ, ਉਹ ਬਿੱਲ ਆਉਣ ਤੋਂ ਬਾਅਦ ਉਹਨਾਂ ਨੇ ਕਹਿਣਾ ਕਿ ਮੋਟਰਾਂ ਦਾ ਜਿਹੜਾ ਬਿੱਲ ਹੈ, ਮੰਨ ਲਓ ਤੁਹਾਡੀ ਮੋਟਰ ਦਾ 1.5 ਲੱਖ ਰੁਪਇਆ ਬਿੱਲ ਬਣ ਗਿਆ, ਤੁਸੀਂ ਵੱਡੇ ਜ਼ਿਮੀਂਦਾਰ ਹੋ, ਛੋਟੇ ਹੋ, ਜਿੰਨਾ ਵੀ ਬਣ ਗਿਆ, ਉਹ ਤੁਹਾਨੂੰ ਇੱਕ ਵਾਰੀ ਪੇ ਕਰਨਾ ਪੈਣਾ ਹੈ। ਫਿਰ ਉਸ ਤੋਂ ਬਾਅਦ ਉਹ ਤੁਹਾਡੇ ਖਾਤੇ 'ਚ ਵਾਪਸ ਆਊਗੀ। ਔਰ ਤੁਹਾਨੂੰ, ਮੈਨੂੰ ਪਤਾ ਹੈ ਕਿ ਸਬਸਿਡੀਆਂ ਵਾਪਸ ਆਉਣ ਦੀਆਂ ਕਰਨੀਆਂ ਕਿੰਨਾ ਝੰਜਟ ਹੈ। GST ਪੰਜਾਬ ਲੈਣ ਵਾਸਤੇ ਅੱਜ ਮਰਦਾ ਪਿਆ ਆਪਦਾ ਕੇਂਦਰ ਨੂੰ। ਸਾਡਾ ਹੀ ਪੈਸਾ, ਅਸੀਂ ਟੈਕਸ ਇਕੱਠਾ ਕਰਕੇ ਦਿੱਤਾ, ਸਾਨੂੰ ਹੀ ਨਹੀਂ ਦਿੰਦੇ ਵਾਪਸ। ਮਨਪ੍ਰੀਤ ਬਾਦਲ ਚੌਥੇ ਦਿਨ ਹੀ ਗੇੜਾ ਕੱਢਿਆ ਹੁੰਦਾ, ਉੱਥੇ ਜਾ ਕੇ ਹੱਥ ਜੋੜਨੇ ਪੈਂਦੇ ਆਪਦੇ ਪੈਸੇ ਪਿੱਛੇ ਸਾਨੂੰ। ਫੈਡਰਲ ਸਟਰਕਚਰ ਨੂੰ ਜਿਹੜੀ ਢਾਹ, ਜਿਹੜੀ ਅਸੀਂ ਚਰਚਾ ਕਰਦੇ ਹਾਂ ਕਿ ਫੈਡਰਲ ਸਟਰਕਚਰ ਸਟਰੋਂਗ ਹੋਵੇ, ਤਾਂ ਇਸ ਕਰਕੇ ਹੁਣ ਖੇਤੀ ਸੁਧਾਰ ਬਿੱਲ ਲਿਆਉਣ ਦੀ ਤਿਆਰੀ ਹੈ। 29 ਚੋਂ 27ਵੇਂ ਨੰਬਰ ਤੇ ਉਹ ਲਿਸਟ ਕੀਤਾ, ਲਾਸਟ ਜੇ ਤੇ ਜਾ ਕੇ ਲਿਸਟ ਕੀਤਾ ਵੀ ਅਖੀਰ ਦੇ ਵਿੱਚ ਉਹ ਲਿਆਵਾਂਗੇ। 2-3 ਦਿਨਾਂ ਰੌਲਾ ਪੈ ਕੇ ਗੱਲ ਖਤਮ ਹੋਊ, ਉਹ ਪਾਸ ਕਰਾ ਲੈਣਾ। ਬਹੁਮਤ ਹੈ ਸਰਕਾਰ ਕੋਲੇ। ਰਾਜ ਸਭਾ 'ਚ ਵੀ ਜਿਵੇਂ ਖੇਤੀ ਕਾਨੂੰਨ ਪਾਸ ਕਰਾ ਲੈਣਾ। ਉਹ ਕਾਨੂੰਨ ਬਣ ਕੇ ਉਦੋਂ ਬਾਅਦ ਐਪਲੀਕੇਬਲ ਹੋ ਜਾਣਾ। ਬਿਜਲੀ ਤੁਹਾਡੀ ਪ੍ਰਾਈਵੇਟ ਹੋ ਜਾਣੀ ਹੈ। ਕਿੱਥੇ ਜਾਓਗੇ? 3 ਕਾਨੂੰਨਾਂ ਦੀ ਗੱਲ ਕਰਦੇ ਸੀ, ਚੌਥੇ, ਔਰ ਇਹੀ ਬਿੱਲ ਫਰੀਜ਼ ਕਰਕੇ, ਇਹੀ ਬਿੱਲ ਵਾਪਸ ਲੈਣ ਦੀ ਗੱਲ ਕਹੀ ਸੀਗੀ 22 ਤਰੀਕ ਦੀ ਮੀਟਿੰਗ ਤੋਂ ਪਹਿਲਾਂ। 22 ਜਨਵਰੀ ਨੂੰ ਜਿਹੜੀ ਮੀਟਿੰਗ ਹੁੰਦੀ ਉਸ ਤੋਂ ਪਹਿਲਾਂ ਨਰਿੰਦਰ ਤੋਮਰ, ਪਿਊਸ਼ ਗੋਇਲ ਉਹਨਾਂ ਨੇ ਕਿਹਾ ਸੀਗਾ, ਇਹ ਪ੍ਰਸਤਾਵ ਦਿੱਤਾ ਕਿਸਾਨਾਂ ਨੂੰ ਵੀ ਤੁਸੀਂ 1.5 ਸਾਲ ਵਾਸਤੇ ਵਾਲਾ ਪ੍ਰਸਤਾਵ ਆਇਆ, ਤੇ ਫਿਰ ਇਹ ਕਿਹਾ ਵੀ ਅਸੀਂ ਇਹ ਬਿੱਲ ਪਰਾਲੀ ਵਾਲੇ ਤੇ ਵੀ ਕਿਹਾ ਕਿ ਅਸੀਂ ਕਿਸਾਨਾਂ ਤੋਂ ਪਰਾਲੀ ਐਕਟ ਦੇ ਵਿੱਚ, ਜਿਹੜਾ ਪਰਾਲੀ ਐਕਟ ਨਹੀਂ ਦਰਅਸਲ ਉਹ ਜਿਹੜਾ এনवायरमेंट ਐਕਟ ਹੈ ਉਹਦੇ ਵਿੱਚ, ਕਲਾਈਮੇਟ ਐਕਟ, ਉਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਵਾਲਾ ਉਹ ਕਲੌਜ਼ ਕੱਢ ਦਿੰਦੇ ਹਾਂ ਵੀ ਕਿਸਾਨ ਨੂੰ ਪਰਾਲੀ ਸਾੜਨ ਤੇ 2 ਕਰੋੜ ਦਾ ਨਹੀਂ ਹੋਊਗਾ ਜੁਰਮਾਨਾ। ਤਾਂ ਉਹ ਸਾਰੀਆਂ ਗੱਲਾਂ ਕਿੱਥੇ ਗਈਆਂ? ਇਟ ਮੀਨ ਸਰਕਾਰ ਆ ਚੈਲੰਜ ਕਰ ਰਹੀ ਹੈ ਤੁਹਾਨੂੰ ਕਿ ਤੁਸੀਂ ਚਾਹੇ ਜੋ ਮਰਜ਼ੀ ਕਹੀ ਜਾਓ, ਅਸੀਂ ਇਸ ਤਰ੍ਹਾਂ ਕਰਕੇ ਦਿਖਾਵਾਂਗੇ। ਸੋ ਮੈਨੂੰ ਲੱਗਦਾ ਹੈ ਕਿ ਆਜ਼ਾਦ ਭਾਰਤ ਦੇ ਵਿੱਚ ਇਸ ਤੋਂ ਮਾੜਾ ਸ਼ਾਸਨ ਕਦੇ ਨਹੀਂ ਰਿਹਾ ਹੋਣਾ, ਜਿੱਥੇ ਸਰਕਾਰ ਜਿਹੜੀ ਹੈ ਉਹ ਆਪਦੇ ਲੋਕਾਂ ਦੀ ਗੱਲ ਸੁਣਨ ਤੋਂ ਮੁਨਕਰ ਹੋ ਕੇ ਪੂੰਜੀਪਤੀਆਂ ਨੂੰ ਫਾਇਦਾ ਦੇਣ ਵਾਸਤੇ ਕਾਨੂੰਨ ਤੇ ਕਾਨੂੰਨ ਥੋਪ ਰਹੀ ਹੋਵੇ। ਬਿਲਕੁਲ ਬਾਈ, ਸਾਡਾ ਲਾਸਟ ਸਵਾਲ ਆ ਵੀ ਹੁਣ ਸਰਕਾਰ ਕਿਉਂ ਨਹੀਂ ਝੁਕਦੀ? ਅੱਗੇ ਤੀਜੇ ਦਿਨ ਹਫ਼ਤੇ ਬਾਅਦ ਮੀਟਿੰਗ ਹੁੰਦੀ ਸੀਗੀ, ਕੋਈ ਨਾ ਕੋਈ ਆਪਣਾ ਸੁਝਾਅ ਵੀ ਸਰਕਾਰ ਰੱਖਦੀ ਸੀ, ਪਰ ਹੁਣ ਗੱਲਬਾਤ ਦੇ ਲਈ ਕੋਈ ਰਾਹ ਹੀ ਨਹੀਂ ਬਣ ਰਿਹਾ। ਕੀ ਨਹੀਂ, ਉਹ ਤਾਂ ਸਾਫ਼ ਹੈ ਨਾ। ਉਹ ਸਰਕਾਰ, ਦੇਖੋ, ਜਦੋਂ ਵੀ ਇਸ ਤਰੀਕੇ ਨਾਲ ਗੱਲਬਾਤ ਹੁੰਦੀ ਹੈ, ਬਿਊਰੋਕ੍ਰੇਸੀ ਦੀ ਹੁੰਦੀ ਹੈ ਜਾਂ ਸਰਕਾਰ ਲੈਵਲ ਤੇ ਹੁੰਦੀ ਹੈ, ਤਾਂ ਇਹ ਕੋਈ ਇਨਫੋਰਮਲ ਗੱਲ ਨਹੀਂ ਹੈ ਕਿ ਚੱਲ ਆ ਯਾਰ ਨਿਬੇੜ ਦਈਏ ਜਾਂ ਇਸ ਤਰ੍ਹਾਂ ਕਰ ਲੈ। ਸਰਕਾਰ ਨੇ ਲਾਸਟ ਆਪਦਾ ਇੱਕ ਜੋ ਪ੍ਰਪੋਜ਼ਲ ਸੀ ਉਹ ਦਿੱਤਾ। ਕਿਸਾਨਾਂ ਨੇ ਕਿਹਾ ਕਿ ਰੱਦ, ਇਸ ਤੋਂ ਥੱਲੇ ਕੁਝ ਨਹੀਂ। ਸਰਕਾਰ ਕਹਿੰਦੀ ਇਹ ਤਾਂ ਸਾਡੀ ਹਿੱਟ ਹੀ ਹੈ, ਤੁਸੀਂ ਇਸ ਗੱਲ ਤੇ ਮੰਨੇ ਨਹੀਂ। ਉਹ ਕਹਿੰਦੇ ਕਿ ਇਹ ਮੌਤ ਦਾ ਵਾਰੰਟ ਹੈ, ਇਹ ਰੱਦ ਹੀ ਹੋਊਗਾ, ਇਦੋਂ ਥੱਲੇ ਕੋਈ ਗੱਲ ਨਹੀਂ ਕਰਨੀ। ਤਾਂ ਹੁਣ ਕਿਸਾਨਾਂ ਨੇ ਚਿੱਠੀ ਪਾਈ ਸੀ, ਹੁਣ ਉਹ ਸਰਕਾਰ ਕਹਿੰਦੀ ਹੈ ਕਿ ਤੁਸੀਂ ਉਦੋਂ ਥੱਲੇ ਕੁਝ ਵੀ ਗੱਲ ਕਰ ਲਓ, ਰੱਦ ਦੀ ਗੱਲ ਨਾ ਕਰੋ। ਕਿਉਂ ਨਾ ਕਰੋ? ਜਦੋਂ ਬੈਠੀ ਰੱਦ ਕਰਾਉਣ ਵਾਸਤੇ ਉੱਥੇ, ਤਾਂ ਉਦੋਂ ਥੱਲੇ ਕੀ ਗੱਲ ਕਰਨ? ਤਾਂ ਇਸ ਕਰਕੇ ਮੈਂ 2-3 ਦਿਨ ਪਹਿਲਾਂ ਰਾਜੇਵਾਲ ਸਾਹਿਬ ਦੀ ਇੰਟਰਵਿਊ ਕੀਤੀ, ਬੜੀ ਕਮਾਲ ਦੀ ਉਹਨਾਂ ਨੇ ਗੱਲ ਕਹੀ ਸੀ ਕਿ ਜੇ ਅਸੀਂ ਅੰਦੋਲਨ ਫੇਲ ਹੋ ਗਿਆ ਤੇ ਅਸੀਂ ਕਾਮਯਾਬ ਨਾ ਹੋਏ, ਤਾਂ ਯਾਦ ਰੱਖਿਓ ਜੋ ਹਾਲ ਅਸੀਂ ਇਹਨਾਂ ਦਾ ਕਰ ਰਹੇ ਹਾਂ, ਇਹ ਹਾਲ ਸਾਡਾ ਲੀਡਰਾਂ ਦਾ ਪੰਜਾਬ ਜਾ ਕੇ ਲੋਕਾਂ ਨੇ ਕਰਨਾ। ਇਸ ਕਰਕੇ ਉਹ ਕਹਿੰਦੇ ਸਾਡਾ ਫੋਕਸ ਕੱਲਾ ਅੰਦੋਲਨ ਹੈ, ਔਰ ਵਾਪਸ ਦੁਨੀਆ ਦੇ ਪੱਧਰ ਤੇ ਦੁਬਾਰਾ ਇਹਦੀ ਚਰਚਾ ਹੋ ਰਹੀ ਹੈ। ਮੈਨੂੰ ਲੱਗਦਾ, ਮੈਂ ਉਮੀਦ ਮੈਨੂੰ ਇਹ ਹੈਗੀ ਹੈ ਕਿ ਸ਼ਾਇਦ ਮਾੜੀ ਮੋਟੀ ਸ਼ਰਮ ਆ ਜਾਏ ਇਲੈਕਸ਼ਨਾਂ ਦੇ ਨੇੜੇ, ਕੋਈ ਮਾੜਾ ਕਰਨ ਦੀ ਸੋਚਣ ਲੱਗਿਆਂ ਚੰਗਾ ਕਰ ਜਾਣ। ਮੈਂ ਇਹ ਸੋਚਦਾ ਕਿ ਆਪਦੀ ਸਿਆਸਤ ਜੀ ਘੜਨ ਵੀ ਪੰਜਾਬ 'ਚ ਅਸੀਂ ਇਲੈਕਸ਼ਨ ਜਿੱਤੀਏ ਤੇ ਸ਼ਾਇਦ ਕੋਈ ਬਹਾਨਾ ਬਣ ਜੇ, ਸ਼ਾਇਦ ਕੁਝ ਕਰ ਲੇ। ਲੇਕਿਨ ਅਫਸੋਸ ਹੈ ਕਿ ਅਸੀਂ ਉਸ ਦੌਰ 'ਚ ਸਾਨੂੰ ਇਹ ਕੁਝ ਦੇਖਣਾ ਪੈ ਰਿਹਾ। ਬਹੁਤ ਧੰਨਵਾਦ, ਸ਼ੁਕਰੀਆ। ਸੋ ਇਹ ਸਨ ਸਿਮਰਨਜੋਤ ਸਿੰਘ ਮੱਕੜ ਜੀ, ਜੋ ਕਿ ਪੱਤਰਕਾਰੀ ਦੇ ਥੰਮ ਮੰਨੇ ਜਾਂਦੇ ਨੇ ਕਿ ਇਹਨਾਂ ਦੀ ਬੜੀ ਵੱਡੀ ਇੱਕ ਸੇਵਾ ਕਹਿ ਲਈਏ ਆਪਾਂ ਰਹੀ ਹੈ ਦਿੱਲੀ ਦੇ ਵਿੱਚ, ਕਿਉਂਕਿ ਇਹਨਾਂ ਨੇ ਸ਼ੁਰੂ ਤੋਂ ਸਾਨੂੰ ਉੱਥੇ ਨਾਲ ਜੋੜ ਰੱਖਿਆ ਸੀ। ਜੇ ਅਸੀਂ ਘਰਾਂ ਦੇ ਵਿੱਚ ਵੀ ਬੈਠੇ ਸੀਗੇ ਤਾਂ ਇਹਨਾਂ ਦੀ ਆਵਾਜ਼ ਨੇ ਸਾਡੇ ਦੇ ਵਿੱਚ ਇੱਕ ਜਾਗਰਤਾ ਭਰੀ। ਇਹਨਾਂ ਦੀ ਆਵਾਜ਼ ਸੁਣਦੇ ਅਸੀਂ ਦਿੱਲੀ ਦੇ ਬਰੂਹਾਂ ਤੇ ਜਾ ਬਹਿੰਦੇ ਸੀਗੇ। ਹੁਣ ਵੀ ਲਗਾਤਾਰ ਉੱਥੇ ਜੁੜੇ ਹੋਏ ਨੇ। ਦੇਖਦੇ ਰਹੋ, ਸਾਡੇ ਨਾਲ ਬਣੇ ਰਹੋ। YGTV ਚੰਡੀਗੜ੍ਹ।